ਵੈਲਕਮ ਸਟੂਡੈਂਟਸ। ਸਮਾਜਿਕ ਸਿੱਖਿਆ ਦੀ ਕਲਾਸ ਦੇ ਵਿੱਚ ਅੱਜ ਅਸੀਂ ਰਿਸੋਰਸਿਸ ਦੀ ਗੱਲ ਕਰਾਂਗੇ। ਬਹੁਤ ਹੀ ਇੰਪੋਰਟੈਂਟ ਟੌਪਿਕ ਆ ਤੁਹਾਡਾ। ਸਰੋਤ, ਇਹਨਾਂ ਦੀਆਂ ਕਿਸਮਾਂ ਕੀ ਹੁੰਦੇ ਨੇ। ਸਰੋਤ ਕੁਦਰਤੀ ਤੌਰ 'ਤੇ ਪ੍ਰਾਪਤ ਹੋਣ ਵਾਲਾ ਪਦਾਰਥ ਜਿਸ ਦੀ ਨਿਸ਼ਚਿਤ ਰਸਾਇਣਿਕ ਸੰਰਚਨਾ ਹੋਵੇ, ਇੱਕ ਖਣਿਜ ਅਖਵਾਉਂਦਾ ਹੈ। ਖਣਿਜ ਸਾਰੇ ਸਥਾਨਾਂ 'ਤੇ ਸਮਾਨ ਤੌਰ 'ਤੇ ਵੰਡੇ ਨਹੀਂ ਹੁੰਦੇ। ਮੀਨਜ਼ ਏਰੀਆ ਵਾਈਜ਼ ਖਣਿਜ ਨੇ ਜਿਹੜੇ ਇੱਕੋ ਹੀ ਥਾਂ 'ਤੇ ਨਹੀਂ ਪਏ ਹੁੰਦੇ। ਇਹ ਕਿਸੇ ਵਿਸ਼ੇਸ਼ ਖੇਤਰ ਜਾਂ ਚਟਾਨਾਂ ਦੇ ਸਮੂਹ ਵਿੱਚ ਕੇਂਦਰਿਤ ਹੁੰਦੇ ਹਨ। ਕੁਝ ਖਣਿਜ ਅਜਿਹੇ ਖੇਤਰਾਂ ਵਿੱਚ ਮਿਲਦੇ ਹਨ ਜੋ ਆਸਾਨੀ ਨਾਲ ਪਹੁੰਚਣ ਯੋਗ ਨਹੀਂ ਹੁੰਦੇ, ਜਿਵੇਂ ਆਰਕਟਿਕ ਮਹਾਸਾਗਰ ਤੇ ਅੰਟਾਰਕਟਿਕਾ ਦੇ ਖੇਤਰ। ਜਾਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਮਨੁੱਖ ਦੀ ਅਜੇ ਤੱਕ ਬਹੁਤੀ ਪਹੁੰਚ ਨਹੀਂ ਹੋਈ, ਉੱਥੇ ਵੀ ਖਣਿਜ ਪਦਾਰਥਾਂ ਦਾ ਭੰਡਾਰ ਆ ਜਿਹੜਾ ਉਹ ਪਿਆ ਏ। ਖਣਿਜ ਭਿੰਨ ਪ੍ਰਕਾਰ ਦੀਆਂ ਭੂ ਵਿਗਿਆਨਕ ਪ੍ਰਸਥਿਤੀਆਂ ਵਿੱਚ ਭਿੰਨ ਦਿਸ਼ਾਵਾਂ ਵਿੱਚ ਨਿਰਮਿਤ ਹੁੰਦੇ ਹਨ। ਇਹ ਬਿਨਾਂ ਕਿਸੇ ਮਨੁੱਖੀ ਦਖਲ ਦੇ ਕੁਦਰਤੀ ਪ੍ਰਕਿਰਿਆਵਾਂ ਦੁਆਰਾ ਬਣਦੇ ਹਨ। ਆਪਣੇ ਭੌਤਿਕ ਗੁਣਾਂ ਜਿਵੇਂ ਰੰਗ, ਘਣਤਾ, ਕਠੋਰਤਾ ਤੇ ਘੁਲਣਸ਼ੀਲਤਾ ਤੇ ਰਸਾਇਣਿਕ ਗੁਣਾਂ ਦੇ ਆਧਾਰ 'ਤੇ ਪਹਿਚਾਣੇ ਜਾ ਸਕਦੇ ਹਨ। ਹੁਣ ਅਸੀਂ ਇਹਨਾਂ ਦੀਆਂ ਕਿਸਮਾਂ ਕਰਾਂਗੇ। ਖਣਿਜਾਂ ਦੀਆਂ ਕਿਸਮਾਂ ਕਿੰਨੀਆਂ ਨੇ? ਪ੍ਰਿਥਵੀ 'ਤੇ 3000 ਤੋਂ ਜ਼ਿਆਦਾ ਭਿੰਨ ਤਰ੍ਹਾਂ ਦੇ ਖਣਿਜ ਮੌਜੂਦ ਹਨ। ਸਟਰਕਚਰ ਦੇਖੀਏ ਜੇ ਇਸ ਦੇ ਬੇਸ ਦੇ ਉੱਤੇ ਖਣਿਜਾਂ ਨੂੰ ਮੁੱਖ ਤੌਰ 'ਤੇ ਦੋ ਜਿਹੜੇ ਖਣਿਜ ਨੇ ਵਰਗੀਕ੍ਰਿਤ ਕੀਤਾ ਜਾ ਸਕਦਾ, ਧਾਤਵੀ ਤੇ ਅਧਾਤਵੀ। ਧਾਤਵੀ ਖਣਿਜਾਂ ਦੀ ਗੱਲ ਕਰਦੇ ਹਾਂ ਅਸੀਂ ਹੁਣ। ਸਭ ਤੋਂ ਪਹਿਲਾਂ ਧਾਤਵੀ ਖਣਿਜ ਨੇ ਜਿਹੜੇ ਧਾਤੂ ਦੇ ਕੱਚੇ ਰੂਪ, ਇੱਥੇ ਧਾਤੂ ਕੱਚੇ ਰੂਪ ਵਿੱਚ ਹੁੰਦੀ ਆ। ਧਾਤਾਂ ਕਠੋਰ ਪਦਾਰਥ ਹੁੰਦੀਆਂ ਨੇ ਜੋ ਤਾਪ ਤੇ ਬਿਜਲੀ ਦੀਆਂ ਚਾਲਕ ਹੁੰਦੀਆਂ। ਸਭ ਤੋਂ ਪਹਿਲਾਂ ਧਾਤਵੀ ਖਣਿਜਾਂ ਦੀ ਗੱਲ ਕਰ ਰਹੇ ਹਾਂ ਅਸੀਂ। ਉਹਦੇ ਵਿੱਚ ਜਿਹੜੀ ਧਾਤੂ ਆ ਉਹ ਕੱਚੇ ਰੂਪ 'ਚ ਹੁੰਦੀ ਆ। ਹੁਣ ਫਿਰ ਅੱਗੇ ਧਾਤ ਦੀ ਗੱਲ ਕਰਾਂਗੇ। ਧਾਤ ਕੀ ਹੁੰਦੀ ਹੈ? ਕਠੋਰ ਪਦਾਰਥ ਹੁੰਦੀਆਂ ਨੇ ਜੋ ਤਾਪ ਤੇ ਬਿਜਲੀ ਦੀਆਂ ਚਾਲਕ ਹੁੰਦੀਆਂ ਨੇ, ਜਿਨ੍ਹਾਂ ਵਿੱਚ ਚਮਕ ਦੀ ਵਿਸ਼ੇਸ਼ਤਾ ਹੁੰਦੀ ਹੈ। ਚਮਕਦੀਆਂ ਨੇ ਇਹ। ਲੋਹੇ ਦੀ ਕੱਚੀ ਧਾਤ, ਬੈਕਸਾਈਟ, ਮੈਂਗਨੀਜ਼ ਦੀਆਂ ਕੱਚੀਆਂ ਧਾਤਾਂ ਇਹਨਾਂ ਦੇ ਉਦਾਹਰਨ ਹਨ। ਧਾਤਵੀ ਖਣਿਜ ਨੇ ਜਿਹੜੇ ਇਹ ਲੋਹ ਤੇ ਅਲੋਹ ਦੋ ਤਰ੍ਹਾਂ ਦੇ ਹੋ ਸਕਦੇ ਨੇ। ਲੋਹ ਖਣਿਜ ਕਿਹੜੇ ਨੇ? ਜਿਵੇਂ ਲੋਹਾ ਤੇ ਮੈਂਗਨੀਜ਼ ਦੀਆਂ ਕੱਚੀਆਂ ਧਾਤਾਂ, ਕ੍ਰੋਮਾਈਟ ਵਿੱਚ ਲੋਹਾ, ਜਿਹੜੀਆਂ ਚੀਜ਼ਾਂ ਦੇ ਵਿੱਚ ਲੋਹਾ ਏ। ਫਿਰ ਅਲੋਹ ਖਣਿਜਾਂ ਵਿੱਚ ਜਿਨ੍ਹਾਂ ਵਿੱਚ ਲੋਹਾ ਨਹੀਂ ਹੁੰਦਾ, ਇਹ ਉਹ ਧਾਤਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਲੋਹਾ ਨਹੀਂ ਹੁੰਦਾ, ਜਿਵੇਂ ਸੋਨਾ, ਚਾਂਦੀ, ਤਾਂਬਾ, ਸ਼ੀਸ਼ਾ। ਇਸ ਦੀਆਂ ਉਦਾਹਰਨਾਂ ਨੇ ਜਿਹੜੀਆਂ ਉਹ ਹੋ ਸਕਦੀਆਂ ਨੇ। ਤਾਂ ਧਾਤਵੀ ਖਣਿਜਾਂ ਦੇ ਵਿੱਚ ਅਸੀਂ ਲੋਹ ਤੇ ਅਲੋਹ ਦੋ ਕੈਟਾਗਰੀਆਂ ਦੇ ਵਿੱਚ ਕੀਤੀਆਂ ਨੇ। ਅੱਗੇ ਅਧਾਤਵੀ ਖਣਿਜਾਂ ਦੀ ਗੱਲ ਕਰਾਂਗੇ। ਇਹਨਾਂ ਵਿੱਚ ਧਾਤਾਂ ਨਹੀਂ ਹੁੰਦੀਆਂ। ਚੂਨਾ ਪੱਥਰ, ਅਬਰਕ ਤੇ ਜਿਪਸਮ ਇਹਨਾਂ ਖਣਿਜਾਂ ਦੇ ਉਦਾਹਰਨ ਹਨ। ਖਣਿਜ ਬਾਲਣ ਜਿਵੇਂ ਕੋਲਾ ਤੇ ਪੈਟਰੋਲੀਅਮ ਵੀ ਅਧਾਤਵੀ ਖਣਿਜ ਹਨ। ਖਣਿਜਾਂ ਨੂੰ ਖਨਨ ਜਾਂ ਡ੍ਰਿਲਿੰਗ ਨਾਲ ਕੱਢਿਆ ਜਾ ਸਕਦਾ ਹੈ। ਪ੍ਰਿਥਵੀ ਦੀ ਸਤ੍ਹਾ ਦੇ ਅੰਦਰ ਦੱਬੀਆਂ ਚਟਾਨਾਂ ਤੋਂ ਖਣਿਜਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਖਨਨ ਅਖਵਾਉਂਦੀ ਹੈ। ਖਣਿਜ ਜੋ ਘੱਟ ਗਹਿਰਾਈ ਵਿੱਚ ਮਿਲਦੇ ਹਨ ਉਹ ਉੱਪਰੀ ਪਰਤ ਹਟਾ ਕੇ ਕੱਢੇ ਜਾਂਦੇ ਹਨ। ਇਹਨਾਂ ਨੂੰ ਧਰਾਤਲੀ ਖਣਿਜ ਕਹਿੰਦੇ ਨੇ। ਤੀਬਰ ਡ੍ਰਿਲਿੰਗ ਰਾਹੀਂ ਕੂਪ ਜ਼ਿਆਦਾ ਗਹਿਰਾਈ ਵਿੱਚ ਸਥਿਤ ਖਣਿਜ ਪਦਾਰਥਾਂ ਤੱਕ ਪਹੁੰਚਣ ਲਈ ਕੱਢੇ ਜਾਂਦੇ ਹਨ। ਬਣਾਏ ਜਾਂਦੇ ਹਨ। ਕੂਪ ਮੀਨਜ਼ ਵੈਲਜ਼, ਖੂਹ ਬਣਾਏ ਜਾਂਦੇ ਨੇ। ਇਹਨਾਂ ਨੂੰ ਕੂਪ ਕੀ ਖਨਨ ਕਹਿੰਦੇ ਨੇ। ਪੈਟਰੋਲੀਅਮ ਤੇ ਕੁਦਰਤੀ ਗੈਸ ਧਰਾਤਲ ਦੇ ਬਹੁਤ ਜ਼ਿਆਦਾ ਹੇਠਾਂ ਪਾਏ ਜਾਂਦੇ ਨੇ। ਉਹਨਾਂ ਨੂੰ ਬਾਹਰ ਕੱਢਣ ਲਈ ਡੂੰਘੇ ਕੂਪਾਂ ਦੀ ਖੁਦਾਈ ਕੀਤੀ ਜਾਂਦੀ ਹੈ। ਇਸ ਨੂੰ ਡ੍ਰਿਲਿੰਗ ਕਹਿੰਦੇ ਨੇ। ਸਤ੍ਹਾ ਦੇ ਨੇੜੇ ਸਥਿਤ ਖਣਿਜਾਂ ਨੂੰ ਜਿਸ ਪ੍ਰਕਿਰਿਆ ਦੁਆਰਾ ਆਸਾਨੀ ਨਾਲ ਖੋਦਿਆ ਜਾਂਦਾ ਹੈ ਉਸ ਨੂੰ ਅਖਾਨਨ ਕਹਿੰਦੇ ਨੇ। ਆਖਣਨ। ਖਣਿਜਾਂ ਦੀ ਵੰਡ। ਖਣਿਜ ਭਿੰਨ ਪ੍ਰਕਾਰ ਦੀਆਂ ਚਟਾਨਾਂ ਵਿੱਚ ਮਿਲਦੇ ਨੇ। ਕੁਝ ਖਣਿਜ ਰੂਪਾਂਤਰਿਤ ਚਟਾਨਾਂ ਵਿੱਚ ਮਿਲਦੇ ਨੇ ਤੇ ਕੁਝ ਤਲਛਟ ਚਟਾਨਾਂ ਵਿੱਚ ਪਾਏ ਜਾਂਦੇ ਨੇ। ਧਾਤਵੀ ਖਣਿਜ ਨੇ ਜਿਹੜੇ ਉਹ ਅਗਨੀ ਤੇ ਰੂਪਾਂਤਰਿਤ ਚਟਾਨਾਂ ਦੇ ਸਮੂਹਾਂ ਵਿੱਚ, ਜਿਨ੍ਹਾਂ ਤੋਂ ਵਿਸ਼ਾਲ ਪਠਾਰਾਂ ਦਾ ਨਿਰਮਾਣ ਹੁੰਦਾ, ਉਹਨਾਂ ਵਿੱਚ ਮਿਲਦੇ ਨੇ। ਉੱਤਰੀ ਸਵੀਡਨ ਵਿੱਚ ਲੋਹੇ ਦੀ ਕੱਚੀ ਧਾਤ, ਅੰਟਾਰੀਓ ਕੈਨੇਡਾ ਵਿੱਚ ਤਾਂਬਾ ਤੇ ਨਿਕਲ, ਦੱਖਣ ਅਫਰੀਕਾ ਵਿੱਚ ਲੋਹਾ, ਨਿਕਲ, ਕ੍ਰੋਮੀਅਮ, ਪਲੈਟੀਨਮ ਦੀਆਂ ਕੱਚੀਆਂ ਧਾਤਾਂ ਅਗਨੀ ਤੇ ਰੂਪਾਂਤਰਿਤ ਚਟਾਨਾਂ ਵਿੱਚ ਪਾਏ ਜਾਣ ਵਾਲੇ ਖਣਿਜਾਂ ਦੀਆਂ ਉਦਾਹਰਨਾਂ ਹਨ।
ਮੈਦਾਨਾਂ ਅਤੇ ਨਵੀਨ ਪਰਤਦਾਰ ਪਰਬਤਾਂ ਦੇ ਤਲਛਟੀ ਚਟਾਨੀ ਸਮੂਹਾਂ ਵਿੱਚ ਅਧਾਤਮੀ ਖਣਿਜ ਜਿਵੇਂ ਚੂਨਾ ਪੱਥਰ ਪਾਏ ਜਾਂਦੇ ਨੇ। ਫਰਾਂਸ ਦੇ ਕਾਕੇਸ਼ਸ ਪ੍ਰਦੇਸ਼ ਨੂੰ ਚੂਨਾ ਭੰਡਾਰ, ਜਾਰਜੀਆ ਅਤੇ ਯੂਕਰੇਨ ਮੈਂਗਨੀਜ਼ ਭੰਡਾਰ, ਅਲਜੀਰੀਆ ਵਿੱਚ ਫਾਸਫੇਟ ਭੰਡਾਰ ਕੁਝ ਉਦਾਹਰਨ ਹਨ। ਖਣਿਜ ਬਾਲਣ ਜਿਵੇਂ ਕੋਲਾ ਅਤੇ ਪੈਟਰੋਲੀਅਮ ਵੀ ਤਲਛਟੀ ਚਟਾਨਾਂ ਵਿੱਚ ਮਿਲਦੇ ਹਨ। ਹੁਣ ਅਸੀਂ ਏਰੀਆ ਵਾਈਜ਼ ਜੇ ਗੱਲ ਕਰੀਏ ਕਿਹੜੇ ਖਣਿਜ ਕਿੱਥੇ ਮਿਲਦੇ ਹਨ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਏਸ਼ੀਆ ਦੀ। ਚੀਨ ਤੇ ਭਾਰਤ ਵਿੱਚ ਲੋਹੇ ਦੀ ਕੱਚੀ ਧਾਤ ਦੇ ਵਿਸ਼ਾਲ ਭੰਡਾਰ ਮੌਜੂਦ ਹਨ। ਏਸ਼ੀਆ ਮਹਾਂਦੀਪ ਵਿਸ਼ਵ ਦਾ ਅੱਧੇ ਤੋਂ ਜ਼ਿਆਦਾ ਟਿਨ ਦਾ ਉਤਪਾਦਨ ਕਰਦਾ ਹੈ। ਚੀਨ, ਮਲੇਸ਼ੀਆ, ਇੰਡੋਨੇਸ਼ੀਆ ਵਿਸ਼ਵ ਦੇ ਮੋਹਰੀ ਟਿਨ ਉਤਪਾਦਕਾਂ ਵਿੱਚੋਂ ਹਨ। ਏਸ਼ੀਆ ਵਿੱਚ ਚੀਨ ਮੈਂਗਨੀਜ਼, ਬਾਕਸਾਈਟ, ਸ਼ੀਸ਼ਾ, ਐਂਟੀਮਨੀ, ਟੰਗਸਟਨ ਦੇ ਉਤਪਾਦਨ ਵਿੱਚ ਵੀ ਮੋਹਰੀ ਹੈ। ਏਸ਼ੀਆ ਵਿੱਚ ਮੈਂਗਨੀਜ਼, ਬਾਕਸਾਈਟ, ਨਿਕਲ, ਜਸਤਾ ਅਤੇ ਤਾਂਬਾ ਦੇ ਵੀ ਭੰਡਾਰ ਮੌਜੂਦ ਹਨ। ਅੱਗੇ ਯੂਰਪ ਆਉਂਦਾ ਹੈ। ਯੂਰਪ ਜਿਹੜਾ ਹੈ ਉਹ ਵਿਸ਼ਵ ਵਿੱਚ ਲੋਹੇ ਦੀ ਕੱਚੀ ਧਾਤ ਦਾ ਮੋਹਰੀ ਉਤਪਾਦਕ ਹੈ। ਰੂਸ, ਯੂਕਰੇਨ, ਸਵੀਡਨ, ਫਰਾਂਸ ਲੋਹੇ ਦੀ ਕੱਚੀ ਧਾਤ ਦੇ ਵਿਸ਼ਾਲ ਭੰਡਾਰ ਵਾਲੇ ਦੇਸ਼ ਹਨ। ਤਾਂਬਾ, ਸੀਸਾ, ਜਸਤਾ, ਮੈਂਗਨੀਜ਼ ਤੇ ਨਿਕਲ ਖਣਿਜਾਂ ਦੇ ਨਿਖੇਪ ਪੂਰਬੀ ਯੂਰਪ ਵਿੱਚ ਅਤੇ ਰੂਸ ਵਿੱਚ ਮਿਲਦੇ ਹਨ। ਉੱਤਰੀ ਅਮਰੀਕਾ ਵਿੱਚ ਖਣਿਜ ਭੰਡਾਰ 3 ਖੇਤਰਾਂ ਵਿੱਚ ਮੌਜੂਦ ਹਨ। ਗ੍ਰੇਟ ਲੇਕ ਦੇ ਉੱਤਰ ਵਿੱਚ ਕੈਨੇਡੀਅਨ ਸ਼ੀਲਡ ਪ੍ਰਦੇਸ਼, ਅਪਲੇਸ਼ੀਅਨ ਪ੍ਰਦੇਸ਼ ਤੇ ਪੱਛਮ ਦੀਆਂ ਪਰਬਤ ਲੜੀਆਂ। ਲੋਹੇ ਦੀ ਕੱਚੀ ਧਾਤ ਹੈ ਨਿਕਲ, ਸੋਨਾ, ਯੂਰੇਨੀਅਮ ਅਤੇ ਤਾਂਬੇ ਦਾ ਖਨਨ ਕੈਨੇਡੀਅਨ ਸ਼ੀਲਡ ਪ੍ਰਦੇਸ਼ ਵਿੱਚ, ਕੋਲੇ ਦਾ ਅਪਲੇਸ਼ੀਅਨ ਪ੍ਰਦੇਸ਼ ਵਿੱਚ ਹੁੰਦਾ ਹੈ। ਪੱਛਮੀ ਕਾਰਡੀਲੇਰਾ ਵਿੱਚ ਤਾਂਬਾ, ਸੀਸਾ, ਜਸਤਾ, ਸੋਨਾ, ਚਾਂਦੀ ਦੇ ਵਿਸ਼ਾਲ ਭੰਡਾਰ ਮੌਜੂਦ ਹਨ। ਦੱਖਣੀ ਅਮਰੀਕਾ, ਬ੍ਰਾਜ਼ੀਲ ਵਿਸ਼ਵ ਵਿੱਚ ਸਭ ਤੋਂ ਉੱਚ ਕੋਟੀ ਦੀ ਲੋਹੇ ਦੀ ਕੱਚੀ ਧਾਤ ਦਾ ਸਭ ਤੋਂ ਵੱਡਾ ਉਤਪਾਦਕ ਹੈ। ਚਿਲੀ ਤੇ ਪੇਰੂ ਤਾਂਬੇ ਦੇ ਮੋਹਰੀ ਉਤਪਾਦਕ ਹਨ। ਬ੍ਰਾਜ਼ੀਲ ਤੇ ਬੋਲੀਵੀਆ ਵਿਸ਼ਵ ਵਿੱਚ ਟਿਨ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਹਨ। ਹੁਣ ਅਸੀਂ ਇੱਥੇ ਟਿਨ ਦੇ ਸਭ ਤੋਂ ਵੱਡੇ ਉਤਪਾਦਕਾਂ ਦੀ ਗੱਲ ਏਸ਼ੀਆ ਵਿੱਚ ਵੀ ਕੀਤੀ ਹੈ ਅਤੇ ਦੱਖਣੀ ਅਮਰੀਕਾ ਵਿੱਚ ਵੀ ਕਰ ਰਹੇ ਹਾਂ। ਤਾਂ ਇਹ ਸਾਰੇ ਮਿਲਾ ਕੇ ਜਿਹੜੇ ਟਿਨ ਦੇ ਮੋਹਰੀ ਉਤਪਾਦਕ ਦੇਸ਼ ਨੇ, ਅਸੀਂ ਇੱਕ ਦੀ ਗੱਲ ਨਹੀਂ ਕਰਦੇ। ਦੱਖਣੀ ਅਮਰੀਕਾ ਦੇ ਕੋਲ ਸੋਨਾ, ਚਾਂਦੀ, ਜਸਤਾ, ਕ੍ਰੋਮੀਅਮ, ਮੈਂਗਨੀਜ਼, ਬਾਕਸਾਈਟ, ਅਬਰਕ, ਪਲੈਟੀਨਮ, ਅਬਸੈਸਟ, ਹੀਰੇ ਦੇ ਵਿਸ਼ਾਲ ਨਿਖੇਪ ਵੀ ਹਨ। ਖਣਿਜ ਤੇਲ ਵੈਨਜ਼ੂਏਲਾ, ਅਰਜਨਟਾਈਨਾ, ਚਿਲੀ, ਪੇਰੂ ਤੇ ਕੋਲੰਬੀਆ ਵਿੱਚ ਮਿਲਦਾ ਹੈ। ਅਫਰੀਕਾ ਖਣਿਜ ਸਰੋਤਾਂ ਵਿੱਚ ਧਨੀ ਹੈ। ਇਹ ਹੀਰਾ, ਸੋਨਾ, ਪਲੈਟੀਨਮ ਦਾ ਵਿਸ਼ਵ ਵਿੱਚ ਸਭ ਤੋਂ ਵੱਡਾ ਉਤਪਾਦਕ ਹੈ। ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਜਾਇਰੇ ਵਿਸ਼ਵ ਦਾ ਸੋਨੇ ਦਾ ਇੱਕ ਵੱਡਾ ਭਾਗ ਉਤਪਾਦਿਤ ਕਰਦੇ ਹਨ। ਤਾਂਬਾ ਤੇ ਲੋਹੇ ਦੀ ਕੱਚੀ ਧਾਤ, ਕ੍ਰੋਮੀਅਮ, ਯੂਰੇਨੀਅਮ, ਕੋਬਾਲਟ ਤੇ ਬਾਕਸਾਈਟ ਦੱਖਣੀ ਅਫਰੀਕਾ ਵਿੱਚ ਮਿਲਣ ਵਾਲੇ ਹੋਰ ਖਣਿਜ ਪਦਾਰਥ ਹਨ। ਤੇਲ ਜਿਹੜਾ ਹੈ ਉਹ ਨਾਈਜੀਰੀਆ, ਲੀਬੀਆ, ਅੰਗੋਲਾ ਵਿੱਚ ਮਿਲਦਾ ਹੈ। ਆਸਟ੍ਰੇਲੀਆ ਵਿਸ਼ਵ ਵਿੱਚ ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਸੋਨਾ, ਹੀਰਾ, ਲੋਹੇ ਦੀ ਕੱਚੀ ਧਾਤ, ਟਿਨ, ਨਿਕਲ ਦਾ ਮੋਹਰੀ ਉਤਪਾਦਕ ਹੈ। ਇਹ ਤਾਂਬਾ, ਸੀਸਾ, ਜਸਤਾ, ਮੈਂਗਨੀਜ਼ ਵਿੱਚ ਵੀ ਸਮਰਿੱਧ ਹੈ। ਪੱਛਮੀ ਆਸਟ੍ਰੇਲੀਆ ਦੇ ਕਾਲਗੁਰਲੀ ਤੇ ਕਾਲਗਾਰਡੀ ਖੇਤਰਾਂ ਵਿੱਚ ਸੋਨੇ ਦੇ ਸਭ ਤੋਂ ਵੱਡੇ ਭੰਡਾਰ ਹਨ। ਅੰਟਾਰਕਟਿਕਾ ਭਿੰਨ ਖਣਿਜ ਭੰਡਾਰਾਂ ਅੰਦਾਜ਼ੇ ਤੋਂ ਸ਼ਾਇਦ ਬਹੁਤ ਵੱਡੇ ਦੇ ਲਈ ਅੰਟਾਰਕਟਾ ਦਾ ਭੂ ਵਿਗਿਆਨ ਮੁੱਖ ਤੌਰ ਤੇ ਪ੍ਰਸਿੱਧ ਹੈ। ਟਰਾਂਸ ਅੰਟਾਰਕਟਿਕ ਪਰਬਤ ਵਿੱਚ ਲੋਹੇ ਦੇ ਪੂਰਬੀ ਅੰਟਾਰਕਟਿਕ ਵਿੱਚ ਪ੍ਰਿੰਸ ਚਾਰਲਸ ਪਰਬਤ ਦੇ ਨੇੜੇ ਲੋਹੇ ਦੇ ਭੰਡਾਰ ਹੋਣ ਬਾਰੇ ਦੱਸਿਆ ਜਾਂਦਾ ਹੈ। ਲੋਹੇ ਦੀ ਕੱਚੀ ਧਾਤ, ਸੋਨਾ, ਚਾਂਦੀ, ਤੇਲ ਵੀ ਵਪਾਰਕ ਮਾਤਰਾ ਵਿੱਚ ਉਪਲਬਧ ਹਨ। ਤਾਂ ਇਹ ਸੀਗੀ ਵਿਸ਼ਵ ਵਿੱਚ ਮਹਾਂਦੀਪਾਂ ਦੀ ਗੱਲ। ਅਲੱਗ-ਅਲੱਗ ਤਰੀਕੇ ਦੇ ਜਿਹੜੇ ਖਣਿਜ ਪਦਾਰਥ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਮਿਲਦੇ ਨੇ। ਹੁਣ ਅਸੀਂ ਭਾਰਤ ਦੀ ਗੱਲ ਕਰਾਂਗੇ। ਭਾਰਤ ਵਿੱਚ ਵੰਡ ਜਿਹੜੀ ਆ ਉਹ ਕਿਹੜੇ ਖਣਿਜ ਪਦਾਰਥ ਦੀ ਕਿਸ ਤਰ੍ਹਾਂ ਹੈ। ਸਭ ਤੋਂ ਪਹਿਲਾਂ ਲੋਹਾ।
ਭਾਰਤ ਵਿੱਚ ਲੋਹੇ ਦੀ ਉੱਚ ਕੋਟੀ ਦੀ ਕੱਚੀ ਧਾਤ ਦੇ ਭੰਡਾਰ ਮੌਜੂਦ ਹਨ। ਇਹ ਖਣਿਜ ਮੁੱਖ ਤੌਰ ਤੇ ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੋਆ, ਮਹਾਰਾਸ਼ਟਰ ਤੇ ਕਰਨਾਟਕਾ ਵਿੱਚ ਮਿਲਦੇ ਹਨ। ਤੁਹਾਨੂੰ ਜਿਹੜੇ MCQ ਆਉਂਦੇ ਨੇ ਉਹ ਇਹਨਾਂ ਜਿਹੜੇ ਖਣਿਜ ਪਦਾਰਥ ਨੇ ਇਹਨਾਂ ਦੇ ਬੇਸ ਤੇ, ਇਹਨਾਂ ਦੇ ਏਰੀਆ ਵਾਈਜ਼ ਤੁਸੀਂ ਧਿਆਨ ਨਾਲ ਇਹ ਸਮਝਣੀ ਹੈ ਗੱਲ, ਇਹਨਾਂ ਦੇ ਬੇਸ ਤੇ ਆਉਂਦੇ ਹੁੰਦੇ ਨੇ। ਫਿਰ ਹੈਗਾ ਬੌਕਸਾਈਟ। ਇਸ ਦੇ ਮੁੱਖ ਉਤਪਾਦਕ ਖੇਤਰ ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਤੇ ਤਾਮਿਲਨਾਡੂ ਹਨ। ਅਬਰਕ ਨਿਖੇਪ ਮੁੱਖ ਤੌਰ ਤੇ ਝਾਰਖੰਡ, ਬਿਹਾਰ, ਆਂਧਰਾ ਪ੍ਰਦੇਸ਼ ਤੇ ਰਾਜਸਥਾਨ ਵਿੱਚ ਮਿਲਦੇ ਹਨ। ਭਾਰਤ ਵਿਸ਼ਵ ਵਿੱਚ ਅਬਰਕ ਦਾ ਸਭ ਤੋਂ ਵੱਡਾ ਉਤਪਾਦਕ ਤੇ ਨਿਰਯਾਤਕ ਹੈ। ਵਿਸ਼ਵ ਵਿੱਚ ਅਬਰਕ ਦਾ ਸਭ ਤੋਂ ਵੱਡਾ ਉਤਪਾਦਕ ਤੇ ਨਿਰਯਾਤਕ ਹੈ। ਫਿਰ ਤਾਂਬੇ ਦੀ ਗੱਲ ਕਰਾਂਗੇ। ਤਾਂਬਾ ਹੈ ਜਿਹੜਾ ਮੁੱਖ ਤੌਰ ਤੇ ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਕਰਨਾਟਕਾ ਤੇ ਆਂਧਰਾ ਪ੍ਰਦੇਸ਼ ਵਿੱਚ ਉਤਪਾਦਿਤ ਹੁੰਦਾ ਹੈ। ਮੈਂਗਨੀਜ਼ ਭਾਰਤ ਵਿੱਚ ਮੈਂਗਨੀਜ਼ ਨਿਖੇਪ ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਕਰਨਾਟਕਾ ਤੇ ਆਂਧਰਾ ਪ੍ਰਦੇਸ਼ ਵਿੱਚ ਮਿਲਦੇ ਹਨ। ਸੋਨਾ ਭਾਰਤ ਵਿੱਚ ਕਰਨਾਟਕਾ ਵਿੱਚ ਕੋਲਾਰ ਵਿੱਚ ਸੋਨੇ ਦੇ ਭੰਡਾਰ ਹਨ। ਇਹ ਖਾਨਾਂ ਵਿਸ਼ਵ ਦੀਆਂ ਡੂੰਘੀਆਂ ਖਾਨਾਂ ਵਿੱਚੋਂ ਇੱਕ ਹਨ ਜੋ ਕੱਚੀ ਧਾਤ ਦੇ ਖਨਨ ਵਿੱਚ ਬਹੁਤ ਖਰਚੀਲੀ ਪ੍ਰਕਿਰਿਆ ਬਣਾਉਂਦੀਆਂ ਹਨ। ਚੂਨਾ ਪੱਥਰ ਭਾਰਤ ਵਿੱਚ ਚੂਨਾ ਪੱਥਰ ਉਤਪਾਦਨ ਕਰਨ ਵਾਲੇ ਮਹੱਤਵਪੂਰਨ ਰਾਜ ਬਿਹਾਰ, ਝਾਰਖੰਡ, ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ ਤੇ ਤਾਮਿਲਨਾਡੂ ਹਨ। ਨਮਕ ਇਹ ਸਮੁੰਦਰ, ਝੀਲ, ਚਟਾਨਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਭਾਰਤ ਨਮਕ ਦਾ ਮੋਹਰੀ ਉਤਪਾਦਕ ਤੇ ਨਿਰਯਾਤਕ ਹੈ। ਅੱਗੇ ਖਣਿਜਾਂ ਦੇ ਉਪਯੋਗ। ਖਣਿਜਾਂ ਦਾ ਉਪਯੋਗ ਆ ਜਿਹੜਾ ਕਈ ਉਦਯੋਗਾਂ ਵਿੱਚ ਹੁੰਦਾ ਹੈ। ਰਤਨਾਂ ਦੇ ਲਈ ਪ੍ਰਯੋਗ ਕੀਤੇ ਜਾਣ ਵਾਲੇ ਖਣਿਜ ਆਮ ਤੌਰ ਤੇ ਕਠੋਰ ਹੁੰਦੇ ਹਨ। ਇਹਨਾਂ ਨੂੰ ਗਹਿਣੇ ਬਣਾਉਣ ਲਈ ਵਿਭਿੰਨ ਸ਼ੈਲੀਆਂ ਵਿੱਚ ਜੜਿਆ ਜਾਂਦਾ ਹੈ। ਤਾਂਬਾ ਤੇ ਹੋਰ ਧਾਤੂ ਜਿਸ ਦਾ ਉਪਯੋਗ ਸਿੱਕੇ ਤੋਂ ਲੈ ਕੇ ਪਾਈਪ ਤੱਕ ਹਰੇਕ ਵਸਤੂ ਵਿੱਚ ਕੀਤਾ ਜਾਂਦਾ ਹੈ। ਕੰਪਿਊਟਰ ਉਦਯੋਗ ਵਿੱਚ ਪ੍ਰਯੁਕਤ ਹੋਣ ਵਾਲਾ ਸਿਲੀਕਾਨ ਕੁਆਰਟਜ਼ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਐਲੂਮੀਨੀਅਮ ਜਿਸ ਨੂੰ ਉਸਦੀ ਕੱਚੀ ਧਾਤ ਬਾਕਸਾਈਟ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਦਾ ਉਪਯੋਗ ਆਟੋਮੋਬਾਈਲ ਤੇ ਹਵਾਈ ਜਹਾਜ਼, ਬੋਤਲਬੰਦੀ ਉਦਯੋਗ, ਭਵਨ ਨਿਰਮਾਣ ਤੇ ਰਸੋਈ ਦੇ ਭਾਂਡਿਆਂ ਵਿੱਚ ਕੀਤਾ ਜਾਂਦਾ ਹੈ। ਖਣਿਜਾਂ ਦਾ ਸੰਰਖਣ। ਖਣਿਜ ਨੇ ਜਿਹੜੇ ਉਹ ਗੈਰ ਨਵਿਆਉਣਯੋਗ ਸਰੋਤ ਹੁੰਦੇ ਨੇ। ਖਣਿਜਾਂ ਦੇ ਨਿਰਮਾਣ ਤੇ ਸੰਗ੍ਰਹਿ ਵਿੱਚ ਹਜ਼ਾਰਾਂ ਸਾਲ ਲੱਗਦੇ ਨੇ। ਮਨੁੱਖੀ ਉਪਭੋਗ ਦੀ ਦਰ ਦੀ ਤੁਲਨਾ ਵਿੱਚ ਨਿਰਮਾਣ ਬਹੁਤ ਹੌਲੀ ਹੁੰਦਾ ਹੈ। ਖਨਨ ਦੀ ਪ੍ਰਕਿਰਿਆ ਵਿੱਚ ਬਰਬਾਦੀ ਨੂੰ ਘਟਾਉਣਾ ਜ਼ਰੂਰੀ ਹੈ। ਧਾਤੂਆਂ ਦਾ ਪੁਨਰ ਚੱਕਰਨ ਹੋਰ ਤਰੀਕਾ ਹੈ ਜਿਸ ਨਾਲ ਖਣਿਜਾਂ ਦੇ ਸਰੋਤਾਂ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਪਰੰਪਰਾਗਤ ਸਰੋਤ। ਊਰਜਾ ਦੇ ਪਰੰਪਰਾਗਤ ਉਹ ਸਰੋਤ ਹਨ ਜੋ ਲੰਬੇ ਸਮੇਂ ਤੋਂ ਆਮ ਉਪਯੋਗ ਵਿੱਚ ਲਿਆਂਦੇ ਜਾ ਰਹੇ ਹਨ। ਬਾਲਣ ਤੇ ਪਥਰਾਟ। ਪਰੰਪਰਾਗਤ ਊਰਜਾ ਦੇ ਦੋ ਮੁੱਖ ਸਰੋਤ ਹਨ। ਹੁਣ ਅੱਗੇ ਅਸੀਂ ਬਾਲਣ ਤੇ ਪਥਰਾਟ ਬਾਲਣ ਦੀ ਗੱਲ ਕਰਾਂਗੇ। ਪਹਿਲਾਂ ਬਾਲਣ ਦੀ ਗੱਲ ਕਰਦੇ ਹਾਂ। ਇਸ ਦਾ ਉਪਯੋਗ ਪਕਾਉਣ ਅਤੇ ਤਾਪ ਪ੍ਰਾਪਤ ਕਰਨ ਲਈ ਵਿਆਪਕ ਤੌਰ ਤੇ ਹੁੰਦਾ ਹੈ। ਸਾਡੇ ਦੇਸ਼ ਵਿੱਚ ਪੇਂਡੂਆਂ ਦੁਆਰਾ ਉਪਭੋਗ ਕੀਤੀ 50% ਸਭ ਤੋਂ ਜ਼ਿਆਦਾ ਊਰਜਾ ਬਾਲਣ ਤੋਂ ਪ੍ਰਾਪਤ ਹੁੰਦੀ ਹੈ। ਪੌਦਿਆਂ ਤੇ ਜਾਨਵਰਾਂ ਦੇ ਅਵਸ਼ੇਸ਼ ਜੋ ਲੱਖਾਂ ਸਾਲਾਂ ਤੱਕ ਧਰਤੀ ਦੇ ਅੰਦਰ ਦਬੇ ਰਹੇ ਹਨ, ਤਾਪ ਤੇ ਦਾਬ ਦੇ ਪ੍ਰਭਾਵ ਨਾਲ ਪਥਰਾਟ ਬਾਲਣਾਂ ਵਿੱਚ ਪਰਿਵਰਤਿਤ ਹੋ ਗਏ। ਪਥਰਾਟ ਬਾਲਣ ਜਿਵੇਂ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਪਰੰਪਰਾਗਤ ਊਰਜਾ ਦੇ ਮੁੱਖ ਸਰੋਤ ਹਨ। ਇਹਨਾਂ ਖਣਿਜਾਂ ਦੇ ਭੰਡਾਰ ਸੀਮਤ ਹਨ। ਵਿਸ਼ਵ ਦੀ ਵੱਧਦੀ ਜਨਸੰਖਿਆ ਜਿਸ ਦਰ ਨਾਲ ਇਹਨਾਂ ਦਾ ਉਪਯੋਗ ਕਰ ਰਹੀ ਹੈ ਉਹਨਾਂ ਦੇ ਨਿਰਮਾਣ ਦੀ ਦਰ ਤੋਂ ਕਿਤੇ ਜ਼ਿਆਦਾ ਹੈ, ਇਸ ਲਈ ਇਹ ਜਲਦੀ ਖਤਮ ਹੋਣ ਵਾਲੇ ਹਨ। ਅੱਗੇ ਕੋਲਾ। ਇਹ ਹਰ ਜਗ੍ਹਾ ਮਿਲਣ ਵਾਲਾ ਪਥਰਾਟ ਬਾਲਣ ਹੈ। ਇਸ ਦਾ ਉਪਯੋਗ ਘਰੇਲੂ ਬਾਲਣ ਉਦਯੋਗਾਂ ਜਿਵੇਂ ਲੋਹਾ, ਇਸਪਾਤ, ਸਟੀਮ ਇੰਜਣ, ਬਿਜਲੀ ਪੈਦਾ ਕਰਨ ਵਿੱਚ ਕੀਤਾ ਜਾਂਦਾ ਹੈ। ਕੋਲੇ ਤੋਂ ਪ੍ਰਾਪਤ ਬਿਜਲੀ ਨੂੰ ਤਾਪੀ ਊਰਜਾ ਕਿਹਾ ਜਾਂਦਾ ਹੈ। ਕੋਲਾ ਜਿਸ ਦੀ ਅੱਜ ਅਸੀਂ ਵਰਤੋਂ ਕਰ ਰਹੇ ਹਾਂ ਲੱਖਾਂ ਸਾਲ ਪਹਿਲਾਂ ਵਿਸ਼ਾਲ ਫਰਨ ਅਤੇ ਦਲਦਲ ਦੇ ਪ੍ਰਿਥਵੀ ਦੀਆਂ ਪਰਤਾਂ ਵਿੱਚ ਦਬਣ ਨਾਲ ਬਣਿਆ ਹੈ। ਵਿਸ਼ਵ ਵਿੱਚ ਮੋਹਰੀ ਕੋਲਾ ਉਤਪਾਦਕ ਦੇਸ਼ਾਂ ਵਿੱਚ ਚੀਨ, ਅਮਰੀਕਾ, ਜਰਮਨੀ, ਰੂਸ, ਦੱਖਣੀ ਅਫਰੀਕਾ ਤੇ ਫਰਾਂਸ ਹਨ। ਭਾਰਤ ਕੋਲਾ ਉਤਪਾਦਕ ਖੇਤਰ ਰਾਣੀਗੰਜ, ਪੱਛਮੀ ਬੰਗਾਲ ਵਿੱਚ ਝਰੀਆ, ਧੰਨਵਾਦ ਤੇ ਬੋਕਾਰੋ ਝਾਰਖੰਡ ਵਿੱਚ ਹਨ। ਅੱਗੇ ਪੈਟਰੋਲੀਅਮ ਜਿਸ ਨਾਲ ਸਾਡੀਆਂ ਕਾਰਾਂ
ਚੱਲਦੀਆਂ ਨੇ। ਤੇਲ ਆ ਜੋ ਸਾਡੇ ਸਾਈਕਲ ਨੂੰ ਚਰਮਰਾਉਣ ਤੋਂ ਰੋਕਦਾ ਏ। ਦੋਨਾਂ ਦੀ ਪ੍ਰਾਪਤੀ ਕੀ ਹੈ? ਸੰਘਣੇ ਕਾਲੇ ਤਰਲ ਤੋਂ ਹੁੰਦੀ ਹੈ, ਜਿਸ ਨੂੰ ਪੈਟਰੋਲੀਅਮ ਕਹਿੰਦੇ ਨੇ। ਇਹ ਚਟਾਨਾਂ ਦੀਆਂ ਪਰਤਾਂ ਦੇ ਮੱਧ ਵਿੱਚ ਮਿਲਦਾ ਹੈ। ਇਸ ਦੀ ਡ੍ਰਿਲਿੰਗ ਸਮੁੰਦਰੀ ਖੇਤਾਂ ਵਿੱਚ ਸਥਿਤ ਤੇਲ ਖੇਤਰਾਂ ਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇਸ ਨੂੰ ਰਿਫਾਈਨਰੀ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਕੱਚੇ ਪੈਟਰੋਲੀਅਮ ਦੇ ਪ੍ਰਸੰਸਕਰਨ ਤੋਂ ਭਿੰਨ ਉਤਪਾਦ ਜਿਵੇਂ ਡੀਜ਼ਲ, ਪੈਟਰੋਲ, ਮਿੱਟੀ ਦਾ ਤੇਲ, ਮੋਮ, ਪਲਾਸਟਿਕ, ਗਰੀਸ ਆਦਿ ਤਿਆਰ ਕੀਤੇ ਜਾਂਦੇ ਹਨ। ਪੈਟਰੋਲੀਅਮ ਤੇ ਇਸ ਦੇ ਬਣੇ ਉਤਪਾਦਕਾਂ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ, ਕਿਉਂਕਿ ਬਹੁਤ ਜ਼ਿਆਦਾ ਮੁੱਲਵਾਨ ਹਨ। ਪੈਟਰੋਲੀਅਮ ਦੇ ਉਤਪਾਦਕ ਦੇਸ਼ ਈਰਾਨ, ਇਰਾਕ, ਸਾਊਦੀ ਅਰਬ ਤੇ ਕਤਰ ਹਨ। ਹੋਰ ਉਤਪਾਦਕ ਦੇਸ਼ਾਂ ਵਿੱਚ ਅਮਰੀਕਾ, ਰੂਸ, ਵੈਨਜ਼ੂਏਲਾ, ਅਲਜੀਰੀਆ ਹਨ। ਭਾਰਤ ਵਿੱਚ ਮੁੱਖ ਉਤਪਾਦਕ ਖੇਤਰ ਅਸਾਮ ਵਿੱਚ ਡਿਗਬੋਈ, ਮੁੰਬਈ ਵਿੱਚ ਬੰਬੇ ਹਾਈ ਤੇ ਕ੍ਰਿਸ਼ਨਾ ਤੇ ਗੋਦਾਵਰੀ ਨਦੀਆਂ ਦੇ ਡੈਲਟੇ ਵਿੱਚ ਹਨ। ਕੁਦਰਤੀ ਗੈਸ ਪੈਟਰੋਲੀਅਮ ਦੇ ਭੰਡਾਰਾਂ ਦੇ ਨਾਲ ਮਿਲਦੀ ਹੈ। ਇਹ ਉਦੋਂ ਨਿਕਲਦੀ ਹੈ ਜਦੋਂ ਕੱਚੇ ਤੇਲ ਨੂੰ ਧਰਾਤਲ ਤੇ ਲਿਆਂਦਾ ਜਾਂਦਾ ਹੈ। ਇਸ ਦਾ ਉਪਯੋਗ ਘਰੇਲੂ ਅਤੇ ਵਪਾਰਕ ਬਾਲਣਾਂ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਰੂਸ, ਨਾਰਵੇ, ਯੂਕੇ ਅਤੇ ਨੀਦਰਲੈਂਡ ਕੁਦਰਤੀ ਗੈਸ ਦੇ ਪ੍ਰਮੁੱਖ ਉਤਪਾਦਕ ਦੇਸ਼ ਹਨ। ਭਾਰਤ ਵਿੱਚ ਜੈਸਲਮੇਰ, ਕ੍ਰਿਸ਼ਨਾ, ਗੋਦਾਵਰੀ ਡੈਲਟਾ, ਤ੍ਰਿਪੁਰਾ ਤੇ ਬੰਬੇ ਹਾਈ ਦੇ ਕੁਝ ਤਟੀ ਖੇਤਰਾਂ ਵਿੱਚ ਕੁਦਰਤੀ ਗੈਸ ਦੇ ਭੰਡਾਰ ਹਨ। ਵਿਸ਼ਵ ਦੇ ਬਹੁਤ ਘੱਟ ਦੇਸ਼ਾਂ ਕੋਲ ਦੇ ਕੁਦਰਤੀ ਗੈਸ ਦੇ ਆਪਣੇ ਬਹੁਤੇ ਭੰਡਾਰ ਹਨ। ਸਾਡੇ ਦੁਆਰਾ ਪਥਰਾਟ ਬਾਲਣਾਂ ਦੇ ਉਪਯੋਗ ਤੇ ਤੀਬਰ ਵਾਧੇ ਨਾਲ ਚਿੰਤਾ ਦਰ ਨਾਲ ਇਸ ਨੂੰ ਸਮਾਪਤੀ ਤੱਕ ਪਹੁੰਚਾ ਦਿੱਤਾ ਹੈ। ਇਹਨਾਂ ਬਾਲਣਾਂ ਦੇ ਜਲਣ ਨਾਲ ਨਿਕਲਣ ਵਾਲੇ ਵਿਸ਼ੈਲੇ ਪ੍ਰਦੂਸ਼ਕ ਵੀ ਚਿੰਤਾ ਦਾ ਵਿਸ਼ਾ ਹਨ। ਪਥਰਾਟ ਬਾਲਣਾਂ ਦਾ ਅਨਿਯੰਤਰਣ ਜਲਣਾ ਹਾਨੀਕਾਰਕ ਹੈ। ਅਸੀਂ ਆਪਣਾ ਧਿਆਨ ਊਰਜਾ ਦੇ ਭਿੰਨ ਗੈਰ ਪਰੰਪਰਾਗਤ ਸਰੋਤਾਂ ਦੇ ਦੌਰਾਨ ਇਸ ਵੱਲ ਵਧਾਇਆ ਹੈ, ਜੋ ਕਿ ਪਥਰਾਟ ਬਾਲਣਾਂ ਦੇ ਸਾਫ਼ ਸੁਥਰੇ ਵਿਕਲਪ ਹਨ। ਪਣ ਬਿਜਲੀ ਡੈਮਾਂ ਵਿੱਚ ਵਰਖਾ ਤੇ ਨਦੀ ਦਾ ਪਾਣੀ ਉਚਾਈ ਤੋਂ ਡਿੱਗਣ ਨਾਲ ਇਕੱਠਾ ਕੀਤਾ ਜਾਂਦਾ ਹੈ। ਡੈਮ ਦੇ ਅੰਦਰ ਤੋਂ ਪਾਈਪ ਦੁਆਰਾ ਵਹਿੰਦਾ ਪਾਣੀ ਹੇਠਾਂ ਟਰਬਾਈਨ ਦੇ ਰੂਪ ਦੇ ਉੱਪਰ ਡਿੱਗਦਾ ਹੈ। ਘੁੰਮਦੇ ਹੋਏ ਬਲੇਡ ਜਨਰੇਟਰ ਨੂੰ ਬਿਜਲੀ ਦੇ ਉਤਪਾਦਨ ਲਈ ਘੁਮਾਉਂਦੇ ਹਨ। ਇਹ ਪਣ ਬਿਜਲੀ ਅਖਵਾਉਂਦੀ ਹੈ। ਪਣ ਬਿਜਲੀ ਪੈਦਾ ਕਰਨ ਦੇ ਬਾਅਦ ਜੋ ਪਾਣੀ ਵਹਿੰਦਾ ਹੈ, ਉਸ ਦੀ ਵਰਤੋਂ ਖੇਤੀਬਾੜੀ ਵਿੱਚ ਕੀਤੀ ਜਾਂਦੀ ਹੈ। ਵਿਸ਼ਵ ਦੀ ਊਰਜਾ ਦਾ 1/4 ਹਿੱਸਾ ਪਣ ਬਿਜਲੀ ਤੋਂ ਪੈਦਾ ਹੁੰਦਾ ਹੈ। ਵਿਸ਼ਵ ਵਿੱਚ ਪਣ ਬਿਜਲੀ ਦੇ ਮੋਹਰੀ ਉਤਪਾਦਕ ਦੇਸ਼ ਪਰਾਗਵੇ, ਨਾਰਵੇ, ਬ੍ਰਾਜ਼ੀਲ ਤੇ ਚੀਨ ਹਨ। ਭਾਰਤ ਵਿੱਚ ਕੁਝ ਮਹੱਤਵਪੂਰਨ ਪਣ ਬਿਜਲੀ ਪ੍ਰੋਜੈਕਟ ਜਿਵੇਂ ਭਾਖੜਾ ਨੰਗਲ, ਗਾਂਧੀ ਸਾਗਰ, ਨਾਗਾਰਜੁਨ ਸਾਗਰ ਤੇ ਦਮੋਦਰ ਨਦੀ ਘਾਟੀ ਪ੍ਰੋਜੈਕਟ ਹਨ। ਊਰਜਾ ਦੇ ਗੈਰ ਪਰੰਪਰਾਗਤ ਸਰੋਤ ਪਥਰਾਟ ਬਾਲਣਾਂ ਦੇ ਵੱਧਦੇ ਉਪਯੋਗ ਦੇ ਕਾਰਨ ਊਰਜਾ ਦੇ ਗੈਰ ਪਰੰਪਰਾਗਤ ਸਰੋਤਾਂ ਦੀ ਲੋੜ ਮਹਿਸੂਸ ਹੋਈ ਹੈ। ਅਜਿਹਾ ਅਨੁਮਾਨ ਕੀਤਾ ਜਾਂਦਾ ਹੈ ਕਿ ਜੇਕਰ ਵਰਤਮਾਨ ਦਰ ਨਾਲ ਇਹਨਾਂ ਦਾ ਉਪਯੋਗ ਲਗਾਤਾਰ ਹੁੰਦਾ ਰਿਹਾ ਤਾਂ ਬਾਲਣ ਦੇ ਭੰਡਾਰ ਨੇ ਜਿਹੜੇ ਉਹ ਖਤਮ ਹੋ ਜਾਣਗੇ। ਇਸ ਤੋਂ ਇਲਾਵਾ ਇਹਨਾਂ ਦਾ ਉਪਯੋਗ ਵਾਤਾਵਰਣ ਪ੍ਰਦੂਸ਼ਣ ਵੀ ਪੈਦਾ ਕਰਦਾ ਹੈ। ਇਸ ਲਈ ਗੈਰ ਪਰੰਪਰਾਗਤ ਸਰੋਤ ਜਿਵੇਂ ਸੌਰ ਊਰਜਾ, ਪੌਣ ਊਰਜਾ, ਜਵਾਰੀ ਊਰਜਾ ਨਾ ਨਵਿਆਉਣਯੋਗ ਹਨ। ਇਹਨਾਂ ਦੇ ਉਪਯੋਗ ਦੀ ਜ਼ਰੂਰਤ ਹੈ। ਸੌਰ ਊਰਜਾ ਸੂਰਜ ਦੇ ਤਾਪ ਤੇ ਪ੍ਰਕਾਸ਼ ਦੀ ਊਰਜਾ ਸਾਡੇ ਦੁਆਰਾ ਹਰ ਰੋਜ਼ ਅਨੁਭਵ ਕੀਤੀ ਜਾ ਸਕਦੀ ਹੈ। ਸੂਰਜ ਤੋਂ ਪ੍ਰਾਪਤ ਸੂਰਜੀ ਊਰਜਾ ਸੌਰ ਸੈੱਲਾਂ ਵਿੱਚ ਬਿਜਲੀ ਪੈਦਾ ਕਰਨ ਦੇ ਲਈ ਪ੍ਰਯੋਗ ਕੀਤੀ ਜਾ ਸਕਦੀ ਹੈ। ਇਹਨਾਂ ਵਿੱਚ ਕਈ ਸੈੱਲਾਂ ਨੂੰ ਸੌਰ ਪੈਨਲਾਂ ਨਾਲ ਤਾਪ ਤੇ ਪ੍ਰਕਾਸ਼ ਦੇ ਊਰਜਾ ਪੈਦਾ ਕਰਨ ਲਈ ਜੋੜਿਆ ਜਾਂਦਾ ਹੈ। ਵਾਧੂ ਧੁੱਪ ਵਾਲੇ ਊਸ਼ਣ ਕਟੀਬੰਧੀ ਦੇਸ਼ਾਂ ਦੇ ਲਈ ਸੌਰ ਊਰਜਾ ਦੇ ਉਪਯੋਗ ਨੂੰ ਠੀਕ ਤਕਨੀਕ ਨਾਲ ਵਰਤਣ ਲਾਭਦਾਇਕ ਹੈ। ਸੌਰ ਊਰਜਾ ਦਾ ਉਪਯੋਗ ਸੋਲਰ ਹੀਟਰ, ਸੋਲਰ ਕੁੱਕਰ, ਸੋਲਰ ਡਰਾਇਰ ਦੇ ਨਾਲ ਰੋਸ਼ਨੀ ਦੇਣ ਤੇ ਆਵਾਜਾਈ ਸੰਕੇਤ ਵਿੱਚ ਵੀ ਹੁੰਦਾ ਹੈ। ਅੱਗੇ ਹੈਗੀ ਪੌਣ ਊਰਜਾ। ਪੌਣ ਊਰਜਾ ਹੈ ਜਿਹੜੀ ਇਸ ਦਾ ਇੱਕ ਗੈਰ ਨਵਿਆਉਣਯੋਗ ਸਰੋਤ ਹੈ। ਪੌਣ ਚੱਕੀਆਂ ਦਾ ਉਪਯੋਗ ਅਨਾਜਾਂ ਨੂੰ ਪੀਸਣ, ਪਾਣੀ ਕੱਢਣ ਲਈ ਚਿਰਕਾਲ ਤੋਂ ਚੱਲਿਆ ਆ ਰਿਹਾ ਹੈ। ਵਰਤਮਾਨ ਪੌਣ ਚੱਕੀਆਂ ਵਿੱਚ ਤੀਬਰ ਗਤੀ ਨਾਲ ਚੱਲਦੀਆਂ ਹਵਾਵਾਂ ਪੌਣ ਚੱਕੀਆਂ ਨੂੰ ਘੁਮਾਉਂਦੀਆਂ ਹਨ, ਜੋ ਬਿਜਲੀ ਪੈਦਾ ਕਰਨ ਦੇ ਲਈ ਜਨਰੇਟਰ ਨਾਲ ਜੁੜੀਆਂ ਹੁੰਦੀਆਂ ਹਨ। ਪੌਣ ਚੱਕੀਆਂ ਦੇ ਸਮੂਹ ਨਾਲ ਯੁਕਤ ਪੌਣ ਫਾਰਮ ਤੱਟੀ ਖੇਤਰਾਂ ਤੇ ਪਰਬਤ ਘਾਟੀਆਂ ਵਿੱਚ, ਜਿੱਥੇ ਪ੍ਰਬਲ ਤੇ ਲਗਾਤਾਰ ਹਵਾਵਾਂ ਚੱਲਦੀਆਂ ਹਨ, ਉੱਥੇ ਸਥਿਤ ਹਨ।
ਫਰਾਂਸ, ਨੀਦਰਲੈਂਡ, ਜਰਮਨੀ, ਡੈਨਮਾਰਕ, ਯੂਕੇ, ਅਮਰੀਕਾ ਅਤੇ ਸਪੇਨ ਵਿੱਚ ਇਹ ਮਿਲਦੇ ਹਨ। ਅੱਗੇ ਪਰਮਾਣੂ ਊਰਜਾ ਹੈ। ਪਰਮਾਣੂ ਊਰਜਾ ਕੁਦਰਤੀ ਤੌਰ 'ਤੇ ਪ੍ਰਾਪਤ ਰੇਡੀਓ ਐਕਟਿਵ ਪਦਾਰਥਾਂ ਜਿਵੇਂ ਯੂਰੇਨੀਅਮ ਤੇ ਬੋਰੀਅਮ ਦੇ ਪਰਮਾਣੂਆਂ ਦੇ ਕੇਂਦਰਕ ਵਿੱਚ ਸੰਗ੍ਰਹਿ ਊਰਜਾ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਹ ਪਦਾਰਥ ਨਿਊਕਲੀਅਰ ਰਿਐਕਟਰਾਂ ਵਿੱਚ ਨਿਊਕਲੀਅਰ ਵਿਖੰਡਨ ਤੋਂ ਗੁਜ਼ਰਦੇ ਹਨ। ਇਸ ਕਾਰਨ ਊਰਜਾ ਦੀ ਪ੍ਰਾਪਤੀ ਹੁੰਦੀ ਹੈ। ਪਰਮਾਣੂ ਊਰਜਾ ਦੇ ਸਭ ਤੋਂ ਵੱਡੇ ਉਤਪਾਦਕ ਅਮਰੀਕਾ ਅਤੇ ਯੂਰਪ ਹਨ। ਭਾਰਤ ਵਿੱਚ ਰਾਜਸਥਾਨ ਤੇ ਝਾਰਖੰਡ ਕੋਲ ਯੂਰੇਨੀਅਮ ਦੇ ਵਿਸ਼ਾਲ ਭੰਡਾਰ ਹਨ। ਥੋਰੀਅਮ ਵਿਸ਼ਾਲ ਮਾਤਰਾ ਵਿੱਚ ਕੇਰਲਾ ਤੇ ਮੋਨਜਾਈਡਿਟ ਸੈਂਡ ਵਿੱਚ ਮਿਲਦੇ ਹਨ। ਭਾਰਤ ਵਿੱਚ ਸਥਿਤ ਪਰਮਾਣੂ ਊਰਜਾ ਦੇ ਕੇਂਦਰ ਤਾਮਿਲਨਾਡੂ, ਕਲਪੱਕਮ ਮਹਾਰਾਸ਼ਟਰ ਵਿੱਚ, ਤਾਰਾਪੁਰ ਰਾਜਸਥਾਨ ਵਿੱਚ, ਕੋਟਾ ਦੇ ਨੇੜੇ ਰਾਣਾ ਪ੍ਰਤਾਪ ਸਾਗਰ ਉੱਤਰ ਪ੍ਰਦੇਸ਼, ਨਰੌਰਾ ਤੇ ਕਰਨਾਟਕਾ ਵਿੱਚ ਕੈਗਾ ਹਨ। ਭੂ-ਤਾਪੀ ਊਰਜਾ। ਤਾਪ ਊਰਜਾ ਜੋ ਪ੍ਰਿਥਵੀ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਉਸ ਨੂੰ ਭੂ-ਤਾਪੀ ਊਰਜਾ ਕਹਿੰਦੇ ਹਨ। ਪ੍ਰਿਥਵੀ ਦੇ ਅੰਦਰ ਗਹਿਰਾਈ ਵਧਣ ਦੇ ਨਾਲ ਤਾਪਮਾਨ ਵਿੱਚ ਲਗਾਤਾਰ ਵਾਧਾ ਹੁੰਦਾ ਹੈ। ਕਦੇ ਕਦੇ ਤਾਪ ਊਰਜਾ ਭੂ ਸੱਤਾ ਤੇ ਗਰਮ ਪਾਣੀ ਦੇ ਝਰਨਿਆਂ ਦੇ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ। ਇਹ ਤਾਪ ਊਰਜਾ ਬਿਜਲੀ ਦਾ ਉਤਪਾਦਨ ਕਰਨ ਲਈ ਪ੍ਰਯੁਕਤ ਕੀਤੀ ਜਾਂਦੀ ਹੈ। ਵਰਖਾ ਤੋਂ ਗਰਮ ਪਾਣੀ ਦੇ ਸਰੋਤਾਂ ਦੇ ਰੂਪ ਵਿੱਚ ਭੂ-ਤਾਪੀ ਊਰਜਾ ਖਾਣਾ ਬਣਾਉਣ, ਤਾਪ ਪ੍ਰਾਪਤ ਕਰਨ ਤੇ ਨਹਾਉਣ ਦੇ ਲਈ ਪ੍ਰਯੋਗ ਵਿੱਚ ਲਿਆਂਦੀ ਜਾਂਦੀ ਹੈ। ਅਮਰੀਕਾ ਵਿਸ਼ਵ ਦਾ ਸਭ ਤੋਂ ਵੱਡਾ ਭੂ-ਤਾਪੀ ਊਰਜਾ ਦਾ ਉਤਪਾਦਕ ਹੈ। ਇਸ ਦੇ ਬਾਅਦ ਨਿਊਜ਼ੀਲੈਂਡ, ਆਈਸਲੈਂਡ, ਫਿਲੀਪੀਨਜ਼, ਮੱਧ ਅਮਰੀਕਾ ਆਉਂਦੇ ਨੇ। ਭਾਰਤ ਵਿੱਚ ਭੂ-ਤਾਪੀ ਊਰਜਾ ਦੇ ਪਲਾਂਟ ਹਿਮਾਚਲ ਪ੍ਰਦੇਸ਼ ਵਿੱਚ ਮਣੀਕਰਨ ਤੇ ਲੱਦਾਖ ਦੀ ਪੂਗਾ ਘਾਟੀ ਵਿੱਚ ਸਥਿਤ ਹਨ। ਜਵਾਰੀ ਊਰਜਾ। ਜਵਾਰ ਤੋਂ ਪੈਦਾ ਊਰਜਾ ਨੂੰ ਜਵਾਰੀ ਊਰਜਾ ਕਹਿੰਦੇ ਹਨ। ਇਸ ਊਰਜਾ ਦੌਰਾਨ ਸਮੁੰਦਰ ਦੇ ਸੰਕਰੇ ਮੁਹਾਣੇ ਵਿੱਚ ਬੰਨ ਨਿਰਮਾਣ ਨਾਲ ਕੀਤਾ ਜਾਂਦਾ ਹੈ। ਉੱਚ ਜਵਾਰ ਦੇ ਸਮੇਂ ਜਵਾਰ ਦੀ ਊਰਜਾ ਦਾ ਉਪਯੋਗ ਬੰਨ ਵਿਸਥਾਪਨ ਟਰਬਾਈਨ ਦੇ ਘੁਮਾਉਣ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਬਿਜਲੀ ਦਾ ਉਤਪਾਦਨ ਹੁੰਦਾ ਹੈ। ਰੂਸ, ਫਰਾਂਸ ਤੇ ਭਾਰਤ ਵਿੱਚ ਕੱਛ ਦੀ ਖਾੜੀ ਦੇ ਜਵਾਰੀ ਊਰਜਾ ਉਤਪਾਦਕ ਖੇਤਰ ਹਨ। ਬਾਇਓਗੈਸ। ਜੈਵਿਕ ਅਵਸ਼ਿਸ਼ਟ ਜਿਵੇਂ ਮ੍ਰਿਤ ਪੌਦਿਆਂ, ਜੰਤੂਆਂ ਦੀ ਰਹਿੰਦ ਖੂੰਹਦ, ਪਸ਼ੂਆਂ ਦਾ ਗੋਹਾ, ਰਸੋਈ ਦੇ ਅਵਸ਼ਿਸ਼ਟ ਗੈਸੀ ਬਾਲਣ ਵਿੱਚ ਬਦਲਿਆ ਜਾ ਸਕਦਾ ਹੈ। ਇਸ ਨੂੰ ਬਾਇਓਗੈਸ ਕਹਿੰਦੇ ਹਨ। ਜੈਵਿਕ ਅਵਸ਼ਿਸ਼ਟ ਬੈਕਟੀਰੀਆ ਦੁਆਰਾ ਬਾਇਓਗੈਸ ਪਲਾਂਟ ਵਿੱਚ ਅਪਘਟਿਤ ਹੁੰਦੇ ਹਨ, ਜੋ ਲਾਜ਼ਮੀ ਤੌਰ 'ਤੇ ਮੀਥੇਨ ਤੇ ਕਾਰਬਨ ਡਾਈਆਕਸਾਈਡ ਦਾ ਮਿਸ਼ਰਣ ਹੈ। ਬਾਇਓਗੈਸ ਖਾਣਾ ਬਣਾਉਣ ਤੇ ਬਿਜਲੀ ਉਤਪਾਦਨ ਲਈ ਸਰਵੋਤਮ ਬਾਲਣ ਹੈ। ਇਸ ਤੋਂ ਹਰ ਸਾਲ ਵੱਡੀ ਮਾਤਰਾ ਵਿੱਚ ਜੈਵਿਕ ਖਾਦ ਦਾ ਉਤਪਾਦਨ ਵੀ ਹੁੰਦਾ ਹੈ। ਊਰਜਾ ਸਰਵਵਿਆਪੀ ਹੈ। ਇਸ ਊਰਜਾ ਦਾ ਦੋਹਨ ਬਹੁਤ ਹੀ ਕਠਿਨ ਤੇ ਖਰਚੀਲਾ ਹੈ। ਸਾਡੇ ਵਿੱਚ ਹਰੇਕ ਵਿਅਕਤੀ ਊਰਜਾ ਨੂੰ ਨਸ਼ਟ ਨਾ ਕਰਕੇ ਇਸ ਦੀ ਸਹੀ ਖਪਤ ਕਰ ਸਕਦਾ ਤੇ ਊਰਜਾ ਦੀ ਬਚਤ ਹੀ ਊਰਜਾ ਦਾ ਉਤਪਾਦਨ ਹੈ। ਵਾਤਾਵਰਣ ਵਿੱਚੋਂ, ਕੁਦਰਤ ਵਿੱਚੋਂ ਜੋ ਸਕਾਰਾਤਮਕ ਪਦਾਰਥ ਪ੍ਰਾਪਤ ਹੋਏ ਨੇ ਉਹਨਾਂ ਨੂੰ ਸਰੋਤ ਕਿਹਾ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਕੁਦਰਤੀ ਤੇ ਮਨੁੱਖੀ। ਕੁਦਰਤੀ ਸਰੋਤ ਨੇ ਜਿਹੜੇ ਪ੍ਰਾਕਿਰਤਿਕ ਵਾਤਾਵਰਣ ਨਾਲ ਸੰਬੰਧਿਤ ਸਾਧਨਾਂ ਨੂੰ ਕੁਦਰਤੀ ਸਰੋਤ ਕਹਿੰਦੇ ਨੇ, ਜਿਵੇਂ ਪਾਣੀ, ਵਰਖਾ, ਸੂਰਜ, ਪਹਾੜ, ਜੰਗਲ, ਰੁੱਖ, ਪੌਦੇ, ਝਾੜੀਆਂ, ਕੋਲਾ, ਖਣਿਜ ਤੇਲ, ਪਸ਼ੂ, ਪੰਛੀ, ਕੀਟ ਪਤੰਗੇ, ਝੀਲ, ਤਲਾਬ ਦੀ ਸਾਰੇ ਕੀ ਨੇ? ਕੁਦਰਤੀ ਸਾਧਨ ਨੇ। ਕੁਦਰਤ ਨੇ ਜਿੱਥੇ ਹੌਲੀ ਹੌਲੀ ਜੀਵਨ ਨੂੰ ਧਰਤੀ ਤੇ ਜੀਵਨ ਦੇ ਯੋਗ ਗ੍ਰਹਿ ਬਣਾਇਆ, ਉੱਥੇ ਹਵਾ, ਪਾਣੀ, ਖਣਿਜ, ਮਿੱਟੀ ਆਦਿ ਅਮੁੱਲ ਸਰੋਤਾਂ ਨਾਲ ਧਰਤੀ ਨੂੰ ਪੂਰਾ ਵੀ ਕੀਤਾ ਹੈ, ਜੋ ਜੀਵਨ ਲਈ ਜ਼ਰੂਰੀ ਹਨ। ਜੀਵਨ ਦੀ ਮੂਲ ਜ਼ਰੂਰਤ ਹੈ ਹਵਾ, ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ। ਰੁੱਖ ਪੌਦੇ ਉਸ ਹਵਾ ਤੋਂ ਕਾਰਬਨ ਡਾਈਆਕਸਾਈਡ, ਮਿੱਟੀ ਤੋਂ ਪਾਣੀ ਤੇ ਖਣਿਜ, ਸੂਰਜ ਤੋਂ ਪ੍ਰਕਾਸ਼ ਤੇ ਊਰਜਾ ਲੈ ਕੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੁਆਰਾ ਭੋਜਨ ਬਣਾਉਂਦੇ ਨੇ। ਇਹੋ ਭੋਜਨ ਸਾਰੇ ਪ੍ਰਾਣੀਆਂ ਦੇ ਜੀਵਨ ਦਾ ਸਰੋਤ ਹੈ। ਇਸ ਤੋਂ ਇਲਾਵਾ ਜਾਨਵਰ, ਪੰਛੀ ਵੀ ਇਸੇ ਹਵਾ ਵਿੱਚ ਸਾਹ ਲੈ ਕੇ ਜਿੰਦਾ ਰਹਿੰਦੇ ਹਨ। ਮਨੁੱਖ ਨੂੰ ਭੋਜਨ ਤੇ ਹਵਾ ਤੋਂ ਇਲਾਵਾ ਭੌਤਿਕ ਸੁੱਖ ਸਾਧਨਾਂ ਦੀ ਪੂਰਤੀ ਲਈ ਧਰਤੀ ਦੇ ਇਹਨਾਂ ਅਮੁੱਲ ਸਰੋਤਾਂ ਨੂੰ ਜਿਹੜੀ ਵਰਤਣ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਰਹਿਣ ਲਈ ਘਰ ਬਣਾਉਣ ਲਈ ਰੇਤ, ਪੱਥਰ, ਲੋਹਾ, ਸੀਮੈਂਟ, ਚਟਾਨਾਂ ਦੇ ਟੁਕੜੇ, ਆਵਾਜਾਈ, ਵਾਹਨਾਂ ਲਈ ਤੇਲ, ਪੈਟਰੋਲ, ਡੀਜ਼ਲ, ਘਰ ਲਈ ਚੁੱਲ੍ਹੇ ਦੀ ਗੈਸ, ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਇਹ ਸਰੋਤ ਨੇ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਨੇ, ਨਵਿਆਉਣਯੋਗ ਤੇ ਗੈਰ ਨਵਿਆਉਣਯੋਗ। ਨਵਿਆਉਣਯੋਗ ਸਰੋਤ ਨੇ ਜਿਹੜੇ ਉਹ ਕਦੇ ਵੀ ਖਤਮ ਨਹੀਂ ਹੁੰਦੇ। ਇਹਨਾਂ ਸਰੋਤਾਂ ਨੂੰ ਕੁਦਰਤ ਖੁਦ ਕੁਝ ਸਮੇਂ ਬਾਅਦ ਧਰਤੀ 'ਤੇ ਦੁਬਾਰਾ ਲੈ ਕੇ ਆਉਂਦੀ ਹੈ। ਉਦਾਹਰਨ ਲਈ ਸੂਰਜ ਦਾ ਪ੍ਰਕਾਸ਼
ਇੱਕ ਅਜਿਹਾ ਕੁਦਰਤੀ ਸਰੋਤ ਆ ਜੋ ਕਦੇ ਵੀ ਖਤਮ ਨਹੀਂ ਹੁੰਦਾ। ਆਕਸੀਜਨ ਵੀ ਨਵਿਆਉਣਯੋਗ ਸਰੋਤ ਆ, ਕਿਉਂਕਿ ਵਾਯੂਮੰਡਲ ਵਿੱਚ ਇਸ ਦੀ ਮਾਤਰਾ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਰਾਹੀਂ ਸਥਿਰ ਬਣੀ ਰਹਿੰਦੀ ਹੈ। ਪ੍ਰਜਨਨ ਕਿਰਿਆ ਰੁੱਖ ਪੌਦੇ ਤੇ ਹੋਰ ਜੀਵਾਂ ਦੀ ਸੰਖਿਆ ਨੂੰ ਬਣਾਈ ਰੱਖਦੀ ਹੈ, ਪਰ ਬਹੁਤ ਸਾਰੇ ਨਵਿਆਉਣਯੋਗ ਸਰੋਤ ਹਨ ਜੋ ਕਦੇ ਖਤਮ ਹੋ ਸਕਦੇ ਹਨ, ਕਿਉਂਕਿ ਉਹਨਾਂ ਦਾ ਉਪਯੋਗ ਇਹਨਾਂ ਨਵੀਨੀਕਰਨ ਦੀ ਦਰ ਦੀ ਬਜਾਏ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ ਹੈ। ਅਸੀਂ ਓਨੀ ਚੀਜ਼ ਲਗਾਉਂਦੇ ਨਹੀਂ ਜਿੰਨੀ ਵਰਤ ਲੈਂਦੇ ਹਾਂ, ਜਿਵੇਂ ਜੰਗਲ, ਜ਼ਮੀਨੀ ਪਾਣੀ ਤੇ ਉਪਜਾਊ ਮਿੱਟੀ। ਵੱਧਦੀ ਹੋਈ ਸੰਖਿਆ ਦੇ ਕਾਰਨ ਬਹੁਤ ਜਲਦੀ ਰੁੱਖ ਕੱਟੇ ਜਾ ਰਹੇ ਹਨ, ਜਿਸ ਕਾਰਨ ਜ਼ਮੀਨੀ ਪਾਣੀ ਤੇਜ਼ੀ ਨਾਲ ਨਹੀਂ ਵੱਧ ਸਕਦਾ। ਗੈਰ ਨਵਿਆਉਣਯੋਗ ਸਾਧਨ ਉਹ ਕੁਦਰਤੀ ਸਾਧਨ ਜੋ ਇੱਕ ਵਾਰ ਖਤਮ ਹੋ ਗਏ ਤਾਂ ਦੁਬਾਰਾ ਜਲਦੀ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਜਿਵੇਂ ਕੋਲਾ, ਪੈਟਰੋਲੀਅਮ ਤੇ ਕੁਦਰਤੀ ਗੈਸ। ਇਸ ਤਰ੍ਹਾਂ ਉਪਜਾਊ ਮਿੱਟੀ ਵੀ ਇੱਕ ਵਾਰ ਵਹਿ ਗਈ ਤਾਂ ਇਹਨੂੰ ਅਸੀਂ ਦੁਬਾਰਾ ਪ੍ਰਾਪਤ ਨਹੀਂ ਕਰ ਸਕਦੇ। ਧਾਤਾਂ ਇਸ ਤਰ੍ਹਾਂ ਦੇ ਕੁਦਰਤੀ ਸਰੋਤ ਹਨ ਜਿਨ੍ਹਾਂ ਨੂੰ ਵਾਰ-ਵਾਰ ਉਪਯੋਗ ਵਿੱਚ ਲਿਆਂਦਾ ਜਾ ਸਕਦਾ, ਪਰ ਧਰਤੀ ਦੇ ਇਹਨਾਂ ਦੇ ਭੰਡਾਰ ਸੀਮਿਤ ਹਨ, ਇਸ ਲਈ ਇਹ ਵੀ ਗੈਰ ਨਵਿਆਉਣਯੋਗ ਸਰੋਤਾਂ ਦੇ ਸਮੂਹ ਵਿੱਚ ਹੀ ਆਉਂਦੀਆਂ ਹਨ। ਅੱਗੇ ਗੱਲ ਕਰਾਂਗੇ ਅਸੀਂ ਕੁਦਰਤੀ ਸਰੋਤਾਂ ਦੀ ਸੁਰੱਖਿਆ ਦੀ। ਧਰਤੀ ਦੇ ਸਾਰੇ ਤਰ੍ਹਾਂ ਦਾ ਜੀਵਨ ਕੁਦਰਤੀ ਸਰੋਤਾਂ 'ਤੇ ਨਿਰਭਰ ਕਰਦਾ ਹੈ। ਜੇ ਅਸੀਂ ਕਹਿ ਲਈਏ ਕਿ ਧਰਤੀ ਜਿਹੜਾ ਗ੍ਰਹਿ ਆ ਇਹ ਜੀਵਨ ਦੇ ਕਾਬਿਲ ਤਾਂ ਹੋਇਆ ਕਿਉਂਕਿ ਇੱਥੇ ਕੁਦਰਤੀ ਸਰੋਤ ਨੇ, ਤਾਂ ਹੀ ਇੱਥੇ ਜਿਹੜਾ ਮਨੁੱਖ ਆ ਉਹ ਜੀਵਿਤ ਰਹਿ ਸਕਦਾ ਹੈ। ਇਸ ਲਈ ਇਹਨਾਂ ਦਾ ਪ੍ਰਯੋਗ ਆ ਜਿਹੜਾ ਬੁੱਧੀਮਾਨੀ ਤੇ ਸਾਵਧਾਨੀ ਨਾਲ ਕਰਨਾ ਜ਼ਰੂਰੀ ਹੈ। ਸੁਰੱਖਿਆ ਦਾ ਅਰਥ ਸਿਰਫ ਇਹੀ ਨਹੀਂ ਕਿ ਇਹਨਾਂ ਦੀ ਦੁਰਵਰਤੋਂ ਨਾ ਕਰੀਏ, ਸਗੋਂ ਅਸੀਂ ਇਸ ਦੀ ਗੁਣਵੱਤਾ ਨੂੰ ਕਿਸੇ ਵੀ ਤਰ੍ਹਾਂ ਦੀ ਹਾਨੀ ਨਾ ਪਹੁੰਚਣ ਦਈਏ। ਕੁਝ ਦਹਾਕੇ ਪਹਿਲਾਂ ਕੁਦਰਤੀ ਸਰੋਤਾਂ ਦੀ ਸੁਰੱਖਿਆ ਚਿੰਤਾਜਨਕ ਸਮੱਸਿਆ ਨਹੀਂ ਸੀ, ਕਿਉਂਕਿ ਜਨਸੰਖਿਆ ਘੱਟ ਸੀ, ਜੀਵਨ ਸਾਦਾ ਤੇ ਸਰਲ ਸੀ। ਪਰ ਅੱਜ ਜਨਸੰਖਿਆ ਵਧਣ ਨਾਲ ਸਾਰੇ ਲੋਕਾਂ ਲਈ ਰੋਟੀ, ਕੱਪੜਾ, ਮਕਾਨ ਜਟਾਉਣ ਲਈ ਲੋੜੀਂਦੇ ਸਰੋਤਾਂ ਦੇ ਵਿਸ਼ਾਲ ਭੰਡਾਰ ਖਤਮ ਹੁੰਦੇ ਜਾ ਰਹੇ ਹਨ। ਵਿਗਿਆਨ ਤੇ ਟੈਕਨੋਲੋਜੀ ਦੇ ਵਿਕਾਸ ਨੇ ਮਨੁੱਖ ਦੇ ਔਸਤ ਜੀਵਨ ਦੇ ਸਮੇਂ ਨੂੰ ਵਧਾ ਦਿੱਤਾ ਹੈ, ਜਿਸ ਦਾ ਕਾਰਨ ਜਨਸੰਖਿਆ ਵਿੱਚ ਦਾ ਕਾਫੀ ਵਾਧਾ ਹੈ। ਦੂਜੀ ਗੰਭੀਰ ਗੱਲ ਇਹ ਆ ਕਿ ਮਨੁੱਖ ਉਪਭੋਗਤਾਵਾਦੀ ਸੰਸਕ੍ਰਿਤੀ ਦਾ ਗੁਲਾਮ ਹੋ ਚੁੱਕਾ ਹੈ। ਉਹ ਭੌਤਿਕ ਸੁੱਖਾਂ ਤੇ ਸੰਤੁਸ਼ਟੀ ਨੂੰ ਜੀਵਨ ਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮਦਾਇਕ ਬਣਾਉਣ ਲਈ ਮਸ਼ੀਨੀਕਰਨ ਨਾਲ ਬਹੁਤ ਤੇਜ਼ੀ ਨਾਲ ਜੁੜ ਰਿਹਾ ਹੈ। ਇਸ ਮਸ਼ੀਨੀਕਰਨ ਦੇ ਯੁੱਗ ਵਿੱਚ ਜ਼ਿਆਦਾ ਤੋਂ ਜ਼ਿਆਦਾ ਊਰਜਾ ਦੀ ਜ਼ਰੂਰਤ ਪੈਂਦੀ ਹੈ। ਇਸ ਨਾਲ ਨਾ ਸਿਰਫ ਸਰੋਤਾਂ ਦੀ ਜ਼ਰੂਰਤ ਤੋਂ ਵੱਧ ਸ਼ੋਸ਼ਣ ਹੋ ਰਿਹਾ ਹੈ, ਸਗੋਂ ਵਾਤਾਵਰਨ ਵਿੱਚ ਵੀ ਕਈ ਪਦਾਰਥ ਨੇ ਜਿਹੜੇ ਅੰਨ੍ਹੇਵਾਹ ਸੁੱਟੇ ਜਾ ਰਹੇ ਹਨ, ਜਿਹਦੇ ਨਾਲ ਵਾਯੂਮੰਡਲ ਲਗਾਤਾਰ ਹਾਨੀਕਾਰਕ ਗੈਸਾਂ ਨਾਲ ਦੂਸ਼ਿਤ ਹੋ ਰਿਹਾ ਹੈ। ਇਸ ਤਰ੍ਹਾਂ ਲੰਬੇ ਸਮੇਂ ਤੱਕ ਜੇ ਇਹਨਾਂ ਸਰੋਤਾਂ ਦੀ ਸੁਰੱਖਿਆ ਵੱਲ ਨਾ ਧਿਆਨ ਦਿੱਤਾ ਗਿਆ ਤਾਂ ਇਹ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਨੂੰ ਇਹਨਾਂ ਤੋਂ ਹਮੇਸ਼ਾ ਲਈ ਹੱਥ ਧੋਣਾ ਪੈ ਸਕਦਾ ਤੇ ਧਰਤੀ ਤੇ ਸੰਕਟ ਆ ਸਕਦਾ ਹੈ। ਕੁਝ ਮਨੁੱਖੀ ਸਰੋਤ ਹੁੰਦੇ ਨੇ ਜਿਹੜੇ ਮਨੁੱਖ ਦੁਆਰਾ ਬਣਾਏ, ਜਿਵੇਂ ਪੱਖਾ, ਕੂਲਰ, ਏਸੀ, ਰੈਫਰੀਜਰੇਟਰ ਆਦਿ। ਸਰੋਤਾਂ ਦੀ ਸੁਰੱਖਿਆ ਅਤੇ ਮਨੁੱਖ ਦੀ ਜ਼ਿੰਮੇਵਾਰੀ। ਮਨੁੱਖ ਨੂੰ ਇਸ ਸੰਸਾਰ ਦਾ ਸਭ ਤੋਂ ਬੁੱਧੀਮਾਨ ਤੇ ਪ੍ਰਭਾਵਸ਼ਾਲੀ ਪ੍ਰਾਣੀ ਮੰਨਿਆ ਗਿਆ ਹੈ। ਮਨੁੱਖ ਨੇ ਆਪਣੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁਦਰਤੀ ਸਾਧਨਾਂ ਦਾ ਉਪਯੋਗ ਕਰਨਾ ਸਿੱਖਿਆ ਹੈ, ਪਰ ਹੁਣ ਇਸ ਦੀ ਲਾਲਸਾ ਇੰਨੀ ਵੱਧਦੀ ਜਾ ਰਹੀ ਹੈ ਕਿ ਸਭ ਭੌਤਿਕ ਸੁੱਖ ਜਿਹੜੇ ਨੇ ਉਹ ਇੱਛਾ ਰੱਖਣ ਨਾਲ ਇਹ ਸਰੋਤਾਂ ਦੀ ਜਿਹੜੀ ਵਰਤੋਂ ਅੰਨ੍ਹੇਵਾਹ ਕਰ ਰਿਹਾ ਹੈ। ਇਸ ਨੇ ਆਪਣੇ ਸੁੱਖਾਂ ਨੂੰ ਪ੍ਰਾਪਤ ਕਰਨ ਲਈ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ। ਪਿਛਲੀਆਂ ਕੁਝ ਸਦੀਆਂ ਤੋਂ ਮਨੁੱਖ ਨੇ ਅਸੀਮਿਤ ਉਦਯੋਗਿਕ ਵਿਕਾਸ ਕੀਤਾ ਹੈ। ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਿਰਫ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਸਾਡੀ ਜਿਹੜੀ ਜ਼ਿੰਦਗੀ ਆ ਉਹ ਸੁਰੱਖਿਅਤ ਆ, ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਅਸੀਂ ਕੁਦਰਤੀ ਸਰੋਤਾਂ ਦੀ ਸੁਰੱਖਿਆ ਹੈ ਜਿਹੜੀ ਉਹ ਕਰੀਏ। ਤਾਂ ਇਹ ਸੀਗਾ ਸਰੋਤਾਂ ਵਾਲਾ ਤੁਹਾਡਾ ਟੌਪਿਕ। ਕਾਫੀ ਜ਼ਿਆਦਾ ਜਿਹੜਾ ਸਿਲੇਬਸ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਤੁਸੀਂ 6ਵੀਂ ਤੋਂ 10ਵੀਂ ਤੱਕ ਦੀਆਂ ਬੁੱਕਸ ਨੇ ਜਿਨ੍ਹਾਂ ਦੇ ਵਿੱਚ ਵੀ ਇਹ ਜਿਹੜਾ ਟੌਪਿਕ ਹੈਗਾ ਇਹ ਤਾਂ ਉਹਨਾਂ ਦੇ ਵਿੱਚੋਂ ਪੜ੍ਹ ਸਕਦੇ ਹੋ। ਤਾਂ ਇਸ ਦੇ ਅੱਗੇ MCQ ਕਰਾਂਗੇ ਅਸੀਂ, ਇਸ ਨਾਲ ਰਿਲੇਟਡ ਵੈਰੀ ਇੰਪੋਰਟੈਂਟ ਟੌਪਿਕ ਆ। ਕਾਫੀ ਜ਼ਿਆਦਾ MCQ ਨੇ ਜਿਹੜੇ ਤੁਹਾਡੇ ਪੇਪਰ ਦੇ ਵਿੱਚ ਇਸ ਟੌਪਿਕ ਦੇ ਵਿੱਚੋਂ ਆਉਂਦੇ ਹੁੰਦੇ ਨੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅੱਗੇ ਫਿਰ ਮਿਲਦੇ ਹਾਂ। ਓਕੇ, ਥੈਂਕਸ।